पिंड चाड़ के भंगू कुदरती खेती फार्म साडे नाम फार्म का नाम है जी। और असी दो भरा जी, करमजीत सिंह भंगू, मैं अमरजीत सिंह भंगू। तो असी दोनों भरा इकट्ठे ही हाँ। साडी 10 एकड़ जमीन है। 10 एकड़ जमीन के साडे पिता जी ने 2006 तो जी है नैचुरल फार्मिंग शुरू की थी, कुदरती खेती। और कुदरती खेती तो पहला असी 2006 तो पहला असी ट्रडिशनल खेती जी आपां कैमिकल खेती है ना वो करते ਸੀਗੇ। और ਉਹਦੇ ਵਿੱਚ ਕੀ ਸੀਗੇ ਖਾਦਾਂ ਦੀ ਅਸੀਂ ਵਰਤੋਂ ਬਹੁਤ ਜ਼ਿਆਦਾ ਕਰਦੇ ਸੀ। ਬਹੁਤ ਜ਼ਿਆਦਾ ਵਰਤੋਂ ਕਰਨ ਦੇ ਨਾਲ ਕੀ ਸੀਗਾ ਕਿ ਆਪਣਾ ਵਾਤਾਵਰਨ ਵੀ ਖਰਾਬ ਹੋ ਰਿਹਾ ਸੀਗਾ। ਔਰ 2004 ਦੇ ਵਿੱਚ ਮੇਰੇ ਚਾਚਾ ਜੀ ਦੇ ਬੇਟੇ ਦੀ ਸੁਖਵਿੰਦਰ ਸਿੰਘ ਦੀ ਬਲੱਡ ਕੈਂਸਰ ਦੇ ਨਾਲ ਡੈਥ ਹੋਈ। ਤਾਂ ਪਿਤਾ ਜੀ ਕਹਿਣ ਲੱਗੇ ਕਿ ਆਪਾਂ ਜਿਹੜੀ ਹੈਗੀ ਆ ਇੰਨੀ ਖਾਦ ਪਾਉਣੀ ਹੈ, ਜ਼ਹਿਰ ਵਰਤਦੇ ਖੇਤਾਂ ਦੇ ਵਿੱਚ, ਇਹਦੇ ਨਾਲ ਵਾਤਾਵਰਨ ਵੀ ਪੋਲਿਊਟ ਹੁੰਦਾ ਔਰ ਇਹ ਵੀ ਇੱਕ ਬਿਮਾਰੀਆਂ ਦਾ ਕਾਰਨ ਆ ਕਿ ਸਾਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਵਾ। ਅਤੇ ਸੋ ਆਪਾਂ ਜਿਹੜੀ ਹੈਗੀ ਆ ਨੈਚੁਰਲ ਫਾਰਮਿੰਗ ਸ਼ੁਰੂ ਕਰੀਏ। 2006 ਦੇ ਵਿੱਚ ਅਸੀਂ 2.5 ਏਕੜ ਤੋਂ ਸ਼ੁਰੂ ਕੀਤੀ ਸੀਗੀ। ਔਰ ਸਾਡਾ ਦੋਵਾਂ ਭਰਾਵਾਂ ਦਾ ਪਿਤਾ ਜੀ ਨੂੰ ਸਮਰਥਨ ਮਿਲ ਗਿਆ, ਨਾਲ ਸਾਥ ਮਿਲਣ ਕਰਕੇ ਸਾਡਾ ਜਿਹੜਾ ਹੈਗਾ ਫਿਰ ਅਗਲੇ ਸਾਲ ਅਸੀਂ ਆਪਣੀ 10 ਏਕੜ ਜਿਹੜੀ ਹੈਗੀ ਜ਼ਮੀਨ ਸਾਰੀ ਉਹ ਕੁਦਰਤੀ ਖੇਤੀ ਵਾਲੇ ਪਾਸੇ ਲਾ ਦਿੱਤੀ। ਸੋ ਪਹਿਲਾਂ 4 ਸਾਲ ਸਾਨੂੰ ਜਿਹੜਾ ਹੈਗਾ ਬਹੁਤ ਦਿੱਕਤ ਆਈ, ਕਿਉਂਕਿ ਉਸ ਟਾਈਮ ਸਾਨੂੰ ਕੋਈ ਬਹੁਤਾ ਦੱਸਣ ਵਾਲਾ ਕੋਈ ਨਹੀਂ ਸੀਗਾ। ਅਤੇ ਸਾਨੂੰ ਮਾਰਕੀਟਿੰਗ ਦੀ ਬਹੁਤ ਸਮੱਸਿਆ ਆਈ। ਪਹਿਲਾਂ 4 ਸਾਲ ਅਸੀਂ ਮਤਲਬ ਜਿਵੇਂ ਕਹਿ ਲਓ ਕਿ ਔਰਗੈਨਿਕ ਖੇਤੀ ਕਰਨੀ, ਫਸਲ ਵੀ ਮਾੜੀ ਹੋਣੀ ਅਤੇ ਵੇਚਣੀ ਕਿੱਥੇ ਆ। ਫਿਰ ਆਪਣੇ ਪਿਤਾ ਜੀ ਨੇ ਵੀ ਆਪਣੇ ਬਾਗ ਵਗਾਰਾਂ ਨੂੰ ਦਿੱਤੀ ਫਸਲ ਥੋੜ੍ਹੀ ਦੇਣੀ। ਉਹ ਫਿਰ ਦਿੱਕਤਾਂ ਕਾਫੀ ਆਈਆਂ ਕਿ ਇਹਨੂੰ ਕਿਵੇਂ ਵੇਚਿਆ ਜਾਵੇ। ਮਹਿੰਗੀ ਫਸਲ ਲੈਣ ਤੋਂ ਹਰ ਕੋਈ ਜਿਣਸ ਲੈਣ ਤੋਂ ਕਤਰਾਉਂਦਾ, ਕਰਨੀ ਕਤਰਾਉਂਦਾ। ਫਿਰ 4 ਸਾਲ ਬਾਅਦ ਸਾਡਾ ਜਿਹੜਾ ਹੈਗਾ ਨਾ ਵੀ ਲੋਕਾਂ ਦੇ ਵਿੱਚ ਆਮ ਏਰੀਏ ਦੇ ਵਿੱਚ ਬਹੁਤ ਵਿਸ਼ਵਾਸ ਬਣ ਗਿਆ ਕਿ ਇਹ ਕਿਸਾਨ ਜਿਹੜੇ ਹੈਗੇ ਆ ਵਾਕਈ ਨੈਚੁਰਲ ਫਾਰਮਿੰਗ ਕਰ ਰਹੇ ਆ। ਸੋ ਉਸ ਤੋਂ ਬਾਅਦ 'ਚ ਅਸੀਂ ਫਿਰ ਜਿਹੜੀ ਹੈਗੀ ਆ ਸਾਨੂੰ ਮਾਰਕੀਟਿੰਗ ਦੀ ਸਮੱਸਿਆ ਕੋਈ ਨਹੀਂ ਆਈ। ਅਤੇ ਅਸੀਂ ਪਹਿਲਾਂ ਕਣਕ ਜ਼ਿਆਦਾ ਬੀਜਦੇ ਹੁੰਦੇ ਸੀ। 2011 ਦੇ ਵਿੱਚ ਅਸੀਂ ਆਪਣਾ ਘੁਲਾੜਾ ਲਾਇਆ। ਉਸ ਤੋਂ ਪਹਿਲਾਂ ਅਸੀਂ ਜਿਹੜਾ ਗੰਨਾ ਔਰਗੈਨਿਕ ਗੰਨਾ ਅਸੀਂ ਮਿਲ 'ਤੇ ਲੈ ਕੇ ਜਾਂਦੇ ਸੀ। ਪਿਤਾ ਜੀ ਕਹਿਣ ਲੱਗੇ ਕਿ ਮਤਲਬ ਆਪਾਂ ਕਿਉਂ ਨਾ ਆਪਣਾ ਘੁਲਾੜਾ ਲਾ ਕੇ, ਵੇਲਣਾ ਲਾ ਕੇ ਅਤੇ ਗੁੜ ਬਣਾ ਕੇ ਆਪ ਵੇਚਿਆ ਕਰੀਏ। ਪਹਿਲੇ ਸਾਲ ਤਾਂ ਸਾਨੂੰ ਲੱਗਾ ਕਿ ਪੰਗੇ ਵਾਲਾ ਹੀ ਕੰਮ ਆ ਕਿ ਗੁੜ ਬਣਾਉਣਾ ਸੌਖੀ ਜੀ ਗੱਲ ਨਹੀਂ ਹੈਗੀ। ਚਲੋ ਪਹਿਲੇ ਸਾਲ 1 ਕਿੱਲੇ ਦਾ ਅਸੀਂ ਗੁੜ ਬਣਾ ਕੇ ਵੇਚਿਆ ਗੰਨੇ ਦਾ। ਤੋ ਉਸ ਤੋਂ ਬਾਅਦ ਦੇ ਵਿੱਚ ਅਸੀਂ 3 ਏਕੜ 2 ਸਾਲ ਰੱਖਿਆ, ਫਿਰ 4 ਏਕੜ ਕੀਤਾ। ਸੋ ਇਸ ਵਾਰੀ 2019 ਦੇ ਸੀਜ਼ਨ ਦੇ ਵਿੱਚ ਜਿਹੜੀ ਬਿਜਾਈ ਕੀਤੀ ਸੀਗੀ ਅਸੀਂ 7 ਏਕੜ ਗੰਨੇ ਦੀ। ਸਾਨੂੰ ਜੇ ਅਸੀਂ ਜ਼ਮੀਨ ਦੋਨੋਂ ਵੰਡ ਲਈਏ ਤਾਂ 5-5 ਏਕੜ ਆਏਗੀ। ਸੋ ਇਹਦੇ ਹਿਸਾਬ ਨਾਲ ਅਸੀਂ ਦੋਨੋਂ ਇਕੱਠੇ ਹੋਣ ਕਰਕੇ ਸਾਡੀ ਉਹ ਜਿਹੜੀ ਯੂਨਿਟੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਫਾਇਦਾ ਆ ਕਿ ਅਸੀਂ ਦੋਨੋਂ ਇਕੱਠੇ ਹਾਂ, ਦੋਨੋਂ ਸਲਾਹ ਦੇ ਨਾਲ ਕੰਮ ਕਰਦੇ ਹਾਂ। ਜੇ ਅਸੀਂ ਇਕੱਲੇ ਹੋਈਏ ਸਾਨੂੰ ਮਸ਼ੀਨਰੀ ਜਿਹੜੀ ਉਹ ਵੰਡਣੀ ਪੈਣੀ ਆ, ਵੱਖਰੀ ਲੈਣੀ ਪੈਣੀ ਆ, ਡਬਲ ਖਰਚਾ ਹੋਣਾ ਮਸ਼ੀਨਰੀ ਦਾ ਵੀ। ਸੋ ਅਸੀਂ ਸਾਂਝਾ ਕੰਮ ਕਰਦੇ ਹਾਂ। ਜੇ ਇੱਕ ਜਣੇ ਨੂੰ ਕੋਈ ਬਾਹਰ ਦਾ ਕੰਮ ਪੈ ਜਾਂਦਾ, ਕੋਈ ਮਤਲਬ ਸ਼ਹਿਰ ਜਾਣਾ ਜਾਂ ਰਿਸ਼ਤੇਦਾਰੀ ਜਾਣਾ, ਵੰਡ ਕੇ ਚੱਲ ਜੀਦਾ। ਸੋ ਇਕੱਠਿਆਂ ਰਹਿਣ ਦਾ ਸਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਬੈਨੀਫਿਟ ਆ। ਪੋਲਟਰੀ ਫਾਰਮ ਜੀ ਅਸੀਂ ਸੰਨ 1988 ਦੇ ਵਿੱਚ 300 ਮੁਰਗੇ ਤੋਂ ਸ਼ੁਰੂ ਕੀਤਾ ਸੀ ਮੇਰੇ ਪਿਤਾ ਜੀ ਨੇ। ਅਤੇ ਇਸ ਵੇਲੇ ਸਾਡਾ ਜਿਹੜਾ ਪੋਲਟਰੀ ਫਾਰਮ 35,000 ਕਪੈਸਿਟੀ ਦਾ ਜੀ। ਔਰ ਉਹ ਵਧੀਆ ਚੱਲ ਰਿਹਾ। ਖੇਤੀ ਦੇ ਨਾਲ ਸਾਰਾ ਕੰਮ ਅਸੀਂ ਜਿਹੜਾ ਹੈਗਾ ਉਹ ਬਹੁਤ ਇਸ ਵੇਲੇ ਕਾਮਯਾਬੀ ਨਾਲ ਕਰ ਰਹੇ ਹਾਂ। ਅਤੇ ਸੋ ਇੱਕ ਇਹਦੇ ਵਿੱਚ ਸ਼ੰਕਾ ਆਉਂਦੀ ਹੈ ਕਿਸਾਨਾਂ ਦੇ ਮਨ ਵਿੱਚ ਕਿ ਇਹ ਕੁਦਰਤੀ ਖੇਤੀ ਕਰਦੇ ਆ ਅਤੇ ਇਹ ਪੋਲਟਰੀ ਦਾ ਢੇਰ ਆਪਣੇ ਖੇਤਾਂ 'ਚ ਪਾਉਂਦੇ ਹੋਣੇ, ਤਾਂ ਕਰਕੇ ਫਸਲ ਹੋ ਜਾਂਦੀ ਆ। ਸੋ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ 2000 ਤਕਰੀਬਨ 11-12 ਦੀ ਗੱਲ ਆ ਕਿ ਉਦੋਂ ਯੂਨੀਵਰਸਿਟੀ ਨੇ ਕਿਹਾ ਸੀ ਕਿ ਇਹ ਨਹੀਂ ਪਾਉਣਾ ਖੇਤਾਂ 'ਚ। ਉਸ ਤੋਂ ਪਹਿਲਾਂ ਅਸੀਂ ਪਾਉਂਦੇ ਸੀ। ਸੋ ਵੀ ਇਹਨੂੰ ਜੇ ਅਸੀਂ ਪਾਉਂਦੇ ਹਾਂ ਤਾਂ ਔਰਗੈਨਿਕ ਨਹੀਂ ਕਹਿ ਸਕਦੇ। ਸੋ ਅਸੀਂ ਉਦੋਂ ਦਾ ਆਪਣੇ ਖੇਤਾਂ ਦੇ ਵਿੱਚ ਪੋਲਟਰੀ ਦਾ ਢੇਰ ਵੀ ਨਹੀਂ ਪਾਉਂਦੇ ਕਿਉਂਕਿ ਅਸੀਂ ਕੰਜ਼ਿਊਮਰ ਨੂੰ ਜਿਹੜੀ ਫਸਲ ਦੀ ਪੈਦਾਵਾਰ ਆ ਉਹ ਪਿਓਰ ਸ਼ੁੱਧ ਔਰਗੈਨਿਕ ਦੇਣੀ ਚਾਹੀਦੀ ਹੈ। ਮੈਂ
ਤਾਂ ਇੱਕੋ ਗੱਲ ਕਹੂੰਗਾ ਕਿ ਜਿਹੜੀ ਟ੍ਰੈਡੀਸ਼ਨਲ ਖੇਤੀ ਆ ਨਾ, ਉਹ ਅਸੀਂ ਫਸਲ ਪੈਦਾ ਕਰਕੇ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ। ਮੰਡੀ 'ਚ ਕਿਸੇ ਵੀ ਕਿਸਾਨ ਨੂੰ ਪੁੱਛ ਲਓ, ਉਹ ਇਹੀ ਕਹੇਗਾ ਮੈਂ ਮੰਡੀ 'ਚ ਫਸਲ ਸੁੱਟ ਕੇ ਆਇਆ, ਵੇਚ ਕੇ ਆਇਆ, ਤਾਂ ਕੋਈ ਕਹਿੰਦਾ ਨਹੀਂ। ਕਿਉਂਕਿ ਨਾ ਤਾਂ ਕਿਸਾਨ ਨੂੰ ਭਾਅ ਮਿਲਦਾ ਮੰਡੀਆਂ ਦੇ ਵਿੱਚ। ਜੇ ਹੁਣ ਗੰਨੇ ਦੀ ਫਸਲ ਲੈ ਲਓ ਤੁਸੀਂ, ਉਹ ਇੱਕ ਸਾਲ ਦੇ ਕਿਸਾਨ ਨੂੰ ਪੈਸੇ ਹੀ ਨਹੀਂ ਮਿਲੇ, ਉਹ ਇੱਕ ਹਿਸਾਬ ਨਾਲ ਸੁੱਟਣ ਵਾਲੀ ਗੱਲ ਆ। ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੇ ਕਿਸਾਨ ਵੀਰ ਕੁਛ ਆਪਣੀਆਂ ਏਜੰਟਾਂ ਨੂੰ ਆਪ ਪੈਦਾ ਕਰਕੇ, ਜਿੱਦਾਂ ਪੈਦਾ ਕਰਨ ਦੀ ਇੰਨੀ ਮਿਹਨਤ ਕਰਦੇ ਆ, ਉਹਦੀ ਜਿਹੜੀ ਸੇਲ ਆ, ਮਾਰਕੀਟਿੰਗ ਆ, ਉਹਦਾ ਵੱਲ ਆਪ ਸਿੱਖਣ ਮਾਰਕੀਟਿੰਗ ਕਰਨ ਦਾ। ਜਿਵੇਂ ਸਾਡੀ ਹੁਣ ਜਿੰਨੀ ਵੀ ਪ੍ਰੋਡਕਸ਼ਨ ਹੈਗੀ ਆ ਸਾਡੇ ਸਾਰੀ ਖੇਤੀ ਦੀ, ਉਹ ਸਾਡੀ ਸਿੱਧੀ ਕੰਜ਼ਿਊਮਰ ਨੂੰ, ਖਪਤਕਾਰ ਨੂੰ ਸਾਡੀ ਜਿਹੜੀ ਜਾਂਦੀ ਹੈਗੀ। ਜਿਵੇਂ ਅਸੀਂ ਹਲਦੀ ਦੀ ਖੇਤੀ ਕਰਦੇ ਹਾਂ, ਹਲਦੀ ਪਾਊਡਰ ਅਸੀਂ ਵੇਚਦੇ ਹਾਂ। ਚੌਲ ਹੋ ਗਏ ਬਾਸਮਤੀ ਦੇ, ਗੰਨੇ ਤੋਂ ਗੁੜ ਬਣਾ ਕੇ ਵੇਚਦੇ ਹਾਂ। ਔਰ ਕਣਕ ਹੈਗੀ ਸਾਡੀ ਪਹਿਲਾਂ ਹੀ ਉਹ ਬੁੱਕ ਹੋਈ ਹੁੰਦੀ ਆ। ਸੋ ਇਸ ਤਰ੍ਹਾਂ ਅਸੀਂ ਸਾਰੀਆਂ ਚੀਜ਼ਾਂ, ਸਰੋਂ ਹੁੰਦੀ ਆ, ਸਰੋਂ ਦਾ ਤੇਲ ਅਸੀਂ ਕਢਾ ਕੇ ਵੇਚਦੇ ਹਾਂ। ਸਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਪੈਂਦੀ। ਅਸੀਂ ਖੇਤਾਂ 'ਚ ਰਹਿੰਦੇ ਹਾਂ, ਖੇਤਾਂ 'ਚ ਆਪਣਾ ਫਾਰਮ ਆ, ਇੱਥੇ ਹੀ ਸਾਡੇ ਕੋਲ ਜਿਹੜਾ ਕੰਜ਼ਿਊਮਰ ਹੈ, ਖਪਤਕਾਰ ਸਾਡੇ ਕੋਲ ਹੀ ਇੱਥੇ ਆ ਜਾਂਦਾ ਔਰ ਆਪਣੀ ਜਿੰਨੀ ਚੀਜ਼ ਜਿਹੜੀ ਚਾਹੀਦੀ ਹੁੰਦੀ ਉਹ ਖਰੀਦ ਕੇ ਲੈ ਜਾਂਦਾ। ਪੋਲਟਰੀ ਫਾਰਮ ਦੀ ਆਤਮ ਹੱਤਿਆ ਦੇ ਵਿੱਚ ਇੱਦਾਂ ਜੀ, ਪਹਿਲੀ ਤਾਂ ਗੱਲ ਆ ਕਿ ਕਿਸਾਨ ਜਿਵੇਂ ਕਰਜ਼ਾ ਲੈਂਦੇ ਆਪਾਂ, ਕਿਸਾਨ ਨੂੰ ਕਰਜ਼ਾ ਲੈਣਾ ਪੈਂਦਾ ਕਿਉਂਕਿ ਖੇਤੀ ਦੇ ਉੱਤੇ ਮਸ਼ੀਨਰੀ ਦੀ ਬਹੁਤ ਖਰਚਾ ਆਉਂਦਾ। ਖੇਤੀ ਦੇ ਮਤਲਬ ਟਰੈਕਟਰ ਲੈਣਾ, ਜਿੰਨਾ ਵੀ ਕੁਛ ਮਸ਼ੀਨਰੀ ਹੈਗੀ ਸਾਰੀ ਲੋਹਾ ਹੀ ਆ ਜੀ ਇੱਕ ਹਿਸਾਬ ਨਾਲ। ਔਰ ਲੋਹੇ ਨੂੰ ਜੰਗਾਲ ਵੀ ਲੱਗਦਾ, ਖਰਾਬ ਵੀ ਹੁੰਦੀ, ਕਦੀ ਨਵੀਂ ਲੈ ਲਓ। ਹੁਣ ਕਿਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਜਿਹੜੀ ਖੇਤੀ ਕਰਦਾ ਇਹਦੇ ਉੱਤੇ ਇੰਨਾ ਮਸ਼ੀਨਰੀ ਤੇ ਖਰਚਾ ਆਇਆ, ਸੋ ਮੈਂ ਆਪਣਾ ਜਿਹੜਾ ਹੋਰ ਖਰਚੇ ਆ ਉਹ ਸੋਚ ਸਮਝ ਕੇ ਕਰਾਂ ਔਰ ਫਸਲ ਦੀ ਪੈਦਾਵਾਰ ਵਧੀਆ ਕਰਕੇ ਉਹਨੂੰ ਖੇਤੀ ਵਿਭਿੰਨਤਾ ਦੇ ਵਿੱਚ ਥੋੜ੍ਹਾ ਰੱਖੀਏ। ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿਸਾਨਾਂ ਨੂੰ ਕਿ ਜ਼ਮੀਨਾਂ ਦੇ ਠੇਕੇ ਜਿਹੜੇ ਆਪਾਂ ਵਧਾਉਂਦੇ ਆ ਨਾ, ਮਤਲਬ ਖੁੱਲ੍ਹੇ ਆਮ, ਉਹ ਠੇਕਿਆਂ 'ਤੇ ਆਪਾਂ ਜ਼ਰੂਰ ਕੰਟਰੋਲ ਕਰੀਏ। ਇੱਕ ਉਹ ਵੀ ਖੁਦਕੁਸ਼ੀਆਂ ਦਾ ਕਾਰਨ ਹੈ ਕਿਉਂਕਿ ਸਾਡੇ ਤਾਂ ਇੱਧਰ ਘੱਟ ਆ, ਮਾਲਵੇ ਦੇ ਵਿੱਚ 70 ਹਜ਼ਾਰ ਰੁਪਇਆ ਪਰ ਏਕੜ ਦਾ ਠੇਕਾ ਹੈਗਾ, ਅਤੇ ਉਹ ਜਿਹੜੇ ਖਰਚੇ ਕਿੱਥੋਂ ਪੂਰੇ ਹੋਣੇ ਆ, ਫਿਰ ਅਖੀਰੀ ਇਹ ਕਾਰਨ ਬਣਦਾ। ਸੋ ਕਿਸਾਨਾਂ ਨੂੰ ਬੜਾ ਸੋਚ ਸਮਝ ਕੇ ਸਟੈਪ ਚੁੱਕਣਾ ਚਾਹੀਦਾ। ਔਰ ਮੈਂ ਤਾਂ ਇਹੀ ਕਹੂੰਗਾ ਕਿ ਥੋੜ੍ਹੀਆਂ ਇੱਦਾਂ ਫਸਲਾਂ ਮੰਡਵੀਆਂ ਬੀਜ ਕੇ ਆਪ ਮਾਰਕੀਟਿੰਗ ਕਰੋ। ਸਾਨੂੰ ਮਤਲਬ ਖੇਤੀ ਤੋਂ ਦੁੱਗਣੀ ਆਮਦਨ ਪੈਦਾ